ਕਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ ਨੂਰਿਆ ਸੋਂ ਪੁਰਸੋਂ ਘਟੀਐ। ਤੁਧ ਜਿਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਪੰਜਵਾਂ ਚੌਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਮਿਰਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ। ਬਿਨ ਸਤਿਬਾਰ ਨ ਗਈ ਜਿਉ ਕਾਗਦ ਬੂੰਦਾਰ। ਮਿਰਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ। ਬਿਨ ਸਤਿਬਾਰ ਨ ਗਈ ਜਿਉ ਕਾਗਦ ਬੂੰਦਾਰ। ਸੁਨ ਮੇਰੀ ਮਨਸਾ ਮਨੈ ਮਾਹੀ ਸਤ ਦੇਖ ਵਿਚਾਰ। ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ। ਰਹਾਉ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ। ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲਗਹਿ ਗਾਵਾਰ। ਕਹਾ ਸੁਭਾਈ ਮੀਤ ਹੈ ਦੇਖ ਨੈਣ ਪਸਾਰ। ਇਕ ਚਾਲੇ ਇਕ ਚਾਲ ਸਹਿ ਸਭ ਆਪਣੀ ਵਾਰ। ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦਵਾਰ। ਜਨ ਨਾਨਕ ਹਰ ਕਾ ਦਾਸ ਰਾਖ ਪੈਜ ਮੁਰਾਰ। ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦਵਾਰ। ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤ ਸੰਗੀ ਜਨ ਮੁੱਢ ਭਾਗੇ ਹੋ ਧੰਨ ਧੰਨ ਯੋਗ ਹੋ ਜੋ ਕਿ ਗੁਰੂ ਸਾਹਿਬ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਮਾਨਯੋਗ ਸਤ ਸੰਗੀ ਜਨ ਆਪ ਜੀ ਨੇ ਪਾਵਨ ਪਵਿੱਤਰ
ਹੁਕਮਨਾਮੇ ਸ਼ਬਦ ਦੇ ਮੂਲ ਪਾਠ ਸਰਵਣ ਕੀਤੇ ਹਨ। ਪਾਵਨ ਪਵਿੱਤਰ ਹੁਕਮਨਾਮੇ ਸ਼ਬਦ ਦੇ ਅੰਦਰ ਸਤਿਗੁਰੂ ਸਮੁੱਚੀ ਮਨੁੱਖਤਾ ਵਾਸਤੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸਰਵਣ ਕਰੋ ਜੀ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਪੰਜਵਾਂ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਿਰਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਵਾਰ। ਬਿਨ ਸਤਬਾਰ ਨ ਗਈ ਜਿਉ ਕਾਗਜ਼ ਬੂੰਦਾ। ਸਤਿਗੁਰੂ ਜੀ ਫਰਮਾਉਂਦੇ ਹਨ ਰਾਗ ਬਿਲਾਵਲ। ਬਿਲਾਵਲ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਸੰਗ੍ਰਹਿ ਕਰਤਾ ਹਰਦੋ ਆਲਮ ਸ਼ਾਹੀ ਸ਼ਹਿਨਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਿਤਾ ਜੀ ਇਸ ਸ਼ਬਦ ਨੂੰ ਉਚਾਰਨ ਕਰਦੇ ਹਨ। ਘਰ ਪੰਜਵਾਂ। ਇਹ ਸ਼ਬਦ ਕਿਸ ਤਾਲ ਦੇ ਨਾਲ ਸੰਬੰਧਿਤ ਰੱਖਦਾ ਹੈ? ਪੰਜਵੇਂ ਘਰ ਤੋਂ ਇਸ ਨੂੰ ਗਾਇਨ ਕਰਨੇ ਚੌਪਦੇ। ਇਸ ਸ਼ਬਦ ਦੇ ਚਾਰ ਪਦੇ, ਚਾਰ ਬੰਦ, ਚਾਰ ਪਹਿਰੇ ਹਨ। ਤੋ ਇਸ ਸ਼ਬਦ ਦੀ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਵਸਤੂ ਨਿਰਦੇਸ਼ ਮੰਗਲਾਚਰਨ ਕਰਦੇ ਹਨ। ਹਜ਼ੂਰ ਫਰਮਾਉਂਦੇ ਨੇ ਇੱਕ ਓੰਕਾਰ। ਇੱਕ ਉਹ ਪਰਮੇਸ਼ਵਰ ਜਿਸ ਨੇ ਸਾਰਾ ਆਕਾਰ ਬਣਾਇਆ ਹੈ। ਇੱਕ ਓੰਕਾਰ ਜਿਸ ਨੇ ਸਾਰਾ ਬ੍ਰਹਿਮੰਡ ਰਚਿਆ, ਜੋ ਸਾਰੇ ਬ੍ਰਹਿਮੰਡ ਦੀ ਰਚਨਾ ਕਰਕੇ ਅਤੇ ਸਾਰੇ ਬ੍ਰਹਿਮੰਡ ਦੀ ਸੰਭਾਲ ਕਰਦਾ ਹੈ, ਰਿਜ਼ਕ ਰੋਟੀ ਦਿੰਦਾ ਹੈ ਅਤੇ ਸਾਰੇ ਹੀ ਬ੍ਰਹਿਮੰਡ ਦਾ ਸੰਹਾਰ ਵੀ ਕਰਦਾ ਹੈ ਅਤੇ ਸਾਰੇ ਬ੍ਰਹਿਮੰਡ ਦੇ ਅੰਦਰ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ ਅਤੇ ਸਾਰੇ ਬ੍ਰਹਿਮੰਡ ਤੋਂ ਨਿਰਲੇਪ ਵੀ ਹੈ। ਜਿਸ ਵਾਹਿਗੁਰੂ ਨੂੰ ਨਿਰਗੁਣ ਤੇ ਸਰਗੁਣ ਮੰਨਿਆ ਜਾਂਦਾ ਹੈ। ਸਰਗੁਣ ਕਰਕੇ ਉਸ ਦਾ ਆਪਣਾ ਹੀ ਪਸਾਰਾ ਹੈ ਸਾਰਾ ਬ੍ਰਹਿਮੰਡ ਅਤੇ ਨਿਰਗੁਣ ਕਰਕੇ ਇਸ ਬ੍ਰਹਿਮੰਡ ਤੋਂ ਉਹ ਆਪ ਬੈਠਾ ਵੇਖੈ ਵੱਖ ਅਕੇਲਾ। ਇਸ ਬ੍ਰਹਿਮੰਡ ਤੋਂ ਨਿਰਗੁਣ ਸਰੂਪ ਹੋਣ ਕਰਕੇ ਜੁਦਾ ਨਹੀਂ। ਐਸਾ ਜੋ ਪਰਮੇਸ਼ਵਰ ਹੈ, ਜੋ ਵਾਹਿਗੁਰੂ ਬ੍ਰਹਿਮੰਡ ਨੂੰ ਪੈਦਾ ਕਰਨ ਵਾਲਾ ਹੈ, ਬ੍ਰਹਿਮੰਡ ਦੀ ਸੰਭਾਲ ਕਰਨ ਵਾਲਾ ਹੈ, ਬ੍ਰਹਿਮੰਡ ਦਾ ਸੰਹਾਰ ਕਰਨ ਵਾਲਾ ਹੈ, ਬ੍ਰਹਿਮੰਡ ਦੇ ਅੰਦਰ ਰਮਿਆ ਹੋਇਆ ਹੈ ਅਤੇ ਬ੍ਰਹਿਮੰਡ ਤੋਂ ਜੁਦਾ ਹੈ। ਐਸਾ ਜੋ ਨਿਰੰਕਾਰ ਪਰਿਪੂਰਨ ਪਰਮੇਸ਼ਵਰ ਜੀ ਹਨ, ਉਹਨਾਂ ਦੇ ਦਰਸ਼, ਉਹਨਾਂ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰ ਦੇ ਪ੍ਰਸਾਦ ਭਾਵ ਕਿਰਪਾ ਦੁਆਰਾ ਹੁੰਦੀ ਹੈ। ਤੋ ਅੱਗੇ ਹਜ਼ੂਰ ਫਰਮਾਉਂਦੇ ਨੇ
ਮਿਰਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ। ਨਿਰੰਕਾਰ ਨੇ ਇਹ ਮਿਰਤ ਮੌਤ ਦਾ ਮੰਡਲ ਸਾਜਿਆ ਰਚਿਆ। ਇਹ ਸੰਸਾਰ ਜਿਹੜਾ ਇਹ ਮੌਤ ਦਾ ਘਰ ਹੈ। ਮੰਡਲ ਕਹਿੰਦੇ ਨੇ ਇੱਕ ਗੋਲਾਕਾਰ ਜਗ੍ਹਾ ਜਿੱਥੇ ਗੋਲਾਕਾਰ ਕਹਿ ਲਓ ਜਾਂ ਕੁਝ ਜਗ੍ਹਾ ਮੁਕਰਰ ਕਰ ਲਓ ਵੀ ਵੇਦਾਂ ਸ਼ਾਸਤਰਾਂ ਦੇ ਵਿੱਚ ਇੱਕ ਮੰਡਲ ਦਾ ਰਕਬਾ ਬਿਆਨ ਕੀਤਾ ਗਿਆ ਹੈ ਵੀ ਇਹ ਮੰਡਲ ਜਿਹੜੇ ਨੇ ਇਤਨੇ ਚੌੜੇ ਤੇ ਇਤਨੇ ਲੰਬੇ ਹੁੰਦੇ ਨੇ। ਉਸ ਜ਼ਮੀਨ ਦੇ ਟੁਕੜੇ ਨੂੰ ਮੰਡਲ ਕਿਹਾ ਜਾਂਦਾ ਹੈ। ਤੇ ਇਹ ਸੰਸਾਰ ਦੇ ਅੰਦਰ ਬਹੁਤ ਮੰਡਲ ਹੈ। ਇਹ ਬ੍ਰਹਿਮੰਡ ਵੀ ਇੱਕ ਮੰਡਲ ਹੀ ਹੈ। ਤੋ ਹਜ਼ੂਰ ਕਹਿੰਦੇ ਨੇ ਮਿਰਤ ਮੰਡਲ ਜਗ ਸਾਜਿਆ। ਇਹ ਜਗਤ ਮਿਰਤ ਦਾ ਮੰਡਲ ਮੌਤ ਦਾ ਘਰ ਪਰਮੇਸ਼ਵਰ ਨੇ ਬਣਾਇਆ ਹੈ। ਮਰਨ ਲਖਾਏ ਮੰਡਲ ਮਹਿ ਆਏ। ਜਿਹੜਾ ਵੀ ਜੀਵ ਇੱਥੇ ਆਉਂਦਾ ਪਹਿਲਾਂ ਮਰਨਾ ਲਿਖਿਆ ਜਾਂਦਾ ਉਹਦਾ। ਜਨਮ ਲੈਣ ਤੋਂ ਵੀ ਪਹਿਲਾਂ ਮਰਨਾ ਮੁਕਰਰ ਹੈ ਵੀ ਇਸ ਜੀਵ ਨੇ ਜਨਮ ਲਿਆ ਤੇ ਇਸ ਨੇ ਮਰਨਾ ਵੀ ਹੈ। ਜਨਮਤ ਹੀ ਦੁੱਖ ਲਾਗੈ ਮਰਨਾ ਆਏ। ਜਨਮ ਦਿਆਂ ਸਾਰ ਸਰੀਰ ਨਵਾਂ ਨਰੋਐ, ਕੋਈ ਦੁੱਖ ਨਹੀਂ। ਪਰ ਹਜ਼ੂਰ ਕਹਿੰਦੇ ਇੱਕ ਬੜਾ ਵੱਡਾ ਦੁੱਖ ਹੈ। ਕਿਹੜਾ? ਜਨਮਤ ਹੀ ਦੁੱਖ ਲਾਗੈ। ਜਨਮ ਦਿਆਂ ਸਾਰ ਦੁੱਖ ਲੱਗ ਜਾਂਦਾ। ਕਿਹੜਾ? ਵੀ ਇਹਨੇ ਮਰਨਾ ਵੀ ਹੈ, ਮਰਨਾ ਆਏਗਾ। ਜਿਸ ਨੇ ਜਨਮ ਲਿਆ ਉਸਨੇ ਮਰਨਾ ਹੈ। ਇਹ ਸੰਸਾਰ ਮੌਤ ਦਾ ਘਰ ਹੈ। ਮੌਤ ਜਿਹੜੀ ਹੈ ਜੀਵਾਂ ਦੇ ਸਿਰ ਤੇ ਸਦਾ ਹੀ ਮੰਡਲਾਉਂਦੀ ਰਹਿੰਦੀ ਹੈ। ਮੌਤ ਛੱਡ ਕੇ ਨਹੀਂ ਜਾਂਦੀ। ਮੌਤ ਦਾ ਜੋ ਫਰਿਸ਼ਤਾ ਹੈ ਵੈਸੇ ਤੇ ਜੀਵ ਮਰਦਾ ਨਹੀਂ, ਫਾਰਮ ਬਦਲਦੀ ਹੈ। ਜੀਵ ਦਾ ਸਰੀਰ ਬਦਲਦਾ ਹੈ, ਆਤਮਾ ਮਰਦੀ ਨਹੀਂ। ਮਰਨਹਾਰ ਇਹ ਜੀਰਾ ਨਹੀਂ, ਇਹ ਆਤਮਾ ਨਹੀਂ ਮਰਦੀ। ਕੇਵਲ ਤੇ ਕੇਵਲ ਸਰੀਰ ਬਦਲਦੀ ਹੈ। ਜਿਤਨੀ ਦੇਰ ਇਸ ਨੂੰ ਇਹ ਸਰੀਰ ਮਿਲਿਆ ਹੈ, ਇਸ ਸਰੀਰ ਦੇ ਵਿੱਚ ਬੈਠ ਕੇ ਸੰਸਾਰ ਦੀ ਯਾਤਰਾ ਕਰਦੀ ਹੈ। ਤੇ ਜਦੋਂ ਬਖਸ਼ਿਆ ਹੋਇਆ ਟਾਈਮ, ਬਖਸ਼ੇ ਹੋਏ ਸਵਾਸ ਖਤਮ ਹੋਏ ਤੇ ਇਸ ਸਰੀਰ ਨੂੰ ਛੱਡ ਕੇ ਚਲੇ ਜਾਂਦੀ ਹੈ। ਆਤਮਾ ਤੇ ਮਰਦੀ ਨਹੀਂ। ਮੌਤ ਇਸ ਦੇ ਸਿਰ ਤੇ ਮੰਡਲਾਉਂਦੀ ਰਹਿੰਦੀ। ਭਾਵ ਮੌਤ ਦਾ ਫਰਿਸ਼ਤਾ ਇਸ ਸਰੀਰ ਚੋਂ ਆਤਮਾ ਨੂੰ ਕੱਢ ਕੇ ਲੈ ਜਾਣ ਵਾਲਾ ਮੌਤ ਦਾ ਫਰਿਸ਼ਤਾ ਇਸ ਦੇ ਸਿਰ ਤੇ ਮੰਡਲਾਉਂਦਾ ਹੀ ਰਹਿੰਦਾ, ਛੱਡ ਕੇ ਨਹੀਂ ਜਾਂਦਾ। ਗੁਰੂ ਸਾਹਿਬ ਬਾਣੀ ਦੇ ਅੰਦਰ ਕਹਿੰਦੇ ਹੰਸਾਂ ਸਰਵਰ ਕਾਲ ਸਰੀਰ। ਹੰਸ ਜਿਹੜੇ ਨੇ ਨਾ ਉਹ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ। ਕਿਉਂ? ਕਿ ਉਹਨਾਂ ਦੀ ਮਾਨ ਸਰੋਵਰ ਦੇ ਉੱਤੇ ਖੁਰਾਕ ਹੈ। ਹੰਸਾਂ ਸਰਵਰ, ਹੰਸ ਮਾਨ ਸਰੋਵਰ ਨੂੰ ਨਹੀਂ ਛੱਡਦੇ। ਕਾਲ ਸਰੀਰ, ਮੌਤ ਜਿਹੜੀ ਹੈ, ਕਾਲ ਜਿਹੜਾ ਜਿੱਦਾਂ ਹੰਸ ਮਾਨ ਸਰੋਵਰ ਤੇ ਹੀ ਰਹਿੰਦੇ ਨੇ, ਮੌਤ ਕਾਲ ਜਿਹੜੀ ਹੈ ਇਸ ਇਨਸਾਨ ਦੇ ਸਰੀਰ ਤੇ ਮੰਡਲਾਉਂਦੀ ਰਹਿੰਦੀ ਹੈ। ਸੋ ਇਹ ਸੰਸਾਰ ਜਿਹੜਾ ਇਹ ਪਰਮੇਸ਼ਵਰ ਨੇ ਮੌਤ ਦਾ ਮੰਡਲ, ਮੌਤ ਦਾ ਘਰ ਲਿਖਾਇਆ, ਬਣਾਇਆ। ਜਿਹੜਾ ਵੀ ਜੀਵ ਆਇਆ ਮਰਨ ਲਿਖਾਏ ਮੰਡਲ ਮਹਿ ਆਏ।
मरना लिखा के ही आउंदा है। पहला मरना लुखा के फिर जन्म लैंदा। तो हजूर कहते मिरत मंडल जग साजिया, ये जगत मौत का मंडल परमेश्वर ने बनाया। किहो जिहा ज्यों बालू घर बार, बालू कहते ने रेते नूं। बच्चे कई बारी वेखे ने तुसी समुंदर के किनारे या नदी दरिया के किनारे चले जाओ ते बच्चे रेते का घर घर बनाउंदे ने। घर घर एडी प्रीत नाल बनाउंदे ने कि उन्हां दा 100% मन उहदे विच खचत हो जाता है। पर वो जिहड़ा रेते दा बालू दा घर है ਉਹਦੀ कोई मनियाद नहीं। हवा आई तो रेते का घर बिखर सकता है, पानी आया तो रेते का घर रुड़ सकता है। जिस घर दे विच रेते की चनाई दियां कंधां होण, सियाणे कहंदे इहदी की मनियाद है, रेते दियां कंधां ने किसी वेले भी हवा आउण ते उड़ सकदी है, पानी आउण ते बिखर सकदा है। ये संसार जिहड़ा है, ये संसार मंडल, संसार घर मौत का घर है। मौत का घर भी इस तरह का है जिवें बालू रेते का घर होवे, रेते के घर की कोई बुनियाद ना हो, कोई बुनियाद नहीं रेते के घर की। तो अगे पंक्ति च हजूर कहते ने बिनसत बार न लागे ज्यों कागद बूंदार। इस मिरत मंडल मौत के घर नूं बिनसदियां, नास हुंदियां, खत्म हुंदियां कोई बार कोई समा नहीं लगता। ये संसार जिहड़ा कई बारी रचना हुई, कई बारी संसार का नाश होया, कई बार पसरियो पासारा, सदा सदा एक एकंकारा। परमेश्वर सदा रहिंदे। ब्रह्मांड की कई बारी रचना हुई ते कई बारी इस ब्रह्मांड का नाश खात्मा होया। ते हजूर कहंदे ने ये मौत का घर जिहड़ा है ना, संसार, इंसान, आत्मा, इसनूं शरीर छड्डदियां ये संसार खत्म हुंदियां कोई समा नहीं लगता, कोई टाइम नहीं लगता। क्यों? बिनसत बार ना लागे ज्यों कागद बूंदार। कागज की भी की बुनियाद है, किते कागज पिया ते बारिश दियां छिट्टां पईयां ते कागज खत्म। कागज अरबी फारसी का शब्द है कागज। कागज भी कागज भी, जिवें वक़्त वक़्त, काजी कादी, कादी कूड़ बोल मल खाए, कादी काजी नूं कहा गया है। कादी भी ठीक है, काजी भी ठीक है, वक़्त भी ठीक है ते वक़्त कक्का वक़्त भी ठीक है ते वक़्त भी ठीक है। इसी तरह कागज भी ठीक है ते कागद भी ठीक है। हजूर कहते हैं बिनसत बार ना लागई ज्यों कागद बूंदार। कई शब्द जिहड़े असीं समझदे हां भी साडी भाषा दे ने, पंजाबी दे ने, वास्तव दे विच ओह पंजाबी दे नहीं। रब शब्द जिहड़ा है ये कोई पंजाबी दा नहीं, अरबी फारसी दा है। कुरान दे विच रब शब्द बहुत वारी आया है। खैर मेरा कोई विषय नहीं। ते हजूर कहते ने ये संसार मौत का घर कैसा है, जिस तरह रेते का घर होवे उसकी कोई बुनियाद नहीं, जिस तरह कागज होवे
उसकी भी कोई बुनियाद नहीं। पानी पिया, 4 बूंदा गिरियां ते कागज खत्म। इस संसार की भी इतनी कोई ही बुनियाद है। ते अगे हजूर कहते ने, सुन मेरी मनसा मने माहे, सत देख विचार। सुन मेरी मनसा मने माहे, हे मेरे मन के अंदर उठन वालियो फुरनियो। मन की है? एक फुरनिया का समुदाय है मन। मन कोई शरीर का पार्ट नहीं, शरीर का हिस्सा नहीं, जिसनों असी मन कहने या आत्मा कहने। मन जिहड़ा कोई शरीर का हिस्सा नहीं। जिवें अखां ने, कन हन, हार्ट है, किडनियां हन, लीवर है, ये शरीर के पार्ट ने, हिस्सा है। पर मन जिहड़ा है ये ते एक फुरनिया का समुदाय, फुरनिया का इकट्ठ है। सो जिहड़े फुरनिया का समुदाय इकट्ठ है, हजूर कहंदे सुनो मेरी मनसा मने माहे। हे मेरे फुरनिया दे घर मन मेरे, सुन की सुन, सत देख विचार। सत का विचार कर, सच का विचार कर। सत देख, सच की है? कदे असी सच सोचिया नहीं। सच केवल एक परमेश्वर, बाकी सब संसार नासवंत है। जिहड़ी चीज हुण है 2-4 घड़ियां नूं नहीं होवेगी, उन्होंने सच नहीं कह सकते। जिहड़ी चीज अज है कल नूं नहीं है, उसनूं सच नहीं कह सकती। ये संसार कई बारी तुसीं देखदे हो, कई बारी भुचाल आउंदा है ते सकिंटां दे अंदर शहरां दे शहर खत्म हो जाते हैं, गर्क हो जाते, नामो निशान मिट जाते हैं। फिर ये सच नहीं, संसार सच नहीं, केवल परमेश्वर सच है जो सदा रहिंदा है। सृष्टि रवे जां ना रवे, परमेश्वर सदा ही रहिंदा है, सच है। ये हुण सत शब्द जिहड़ा है संस्कृत दी सत्य शब्द दे विचों आया है। जिवें सत्य मेव यन्ते, सत्य सत सच। सो हजूर कहंदे ने, हे मेरे मन सुन सत दी विचार कर। सत दी विचार की है? हजूर कहंदे, सिद्ध साधक गिरही जोगी, तज गए घर बार। सिद्ध सिद्ध वो हन जिहड़े सिद्धियां संपन्न हो गए, पुग गए, जिन्हां ने मंजिल की प्राप्ति कर ली, उन्होंने सिद्ध किया जा सकता है। जिसने मंजिल की प्राप्ति कर ली, सिद्धि प्राप्त कर ली, सिद्धि संपन्न हो गया, वो सिद्ध है। साधक जिहड़ा साधना दे विच लग्या होया, जो साधना कर रहा है, अपने आप को साध रहा है, जो हाले मंजिल वाल नूं जा रहा है, जो मार्ग दे विच है, रस्ते दे विच है, वो है साधक। ते जिहड़ा मंजिल ते पहुंच गया वो है सिद्ध। ते हजूर कहंदे सिद्ध साधक गिरही। गृहस्थी लोग, जोगी, जिहड़े गोरखनाथ आदक, जोगी आदक, तज गए घर बार, इन्हीं संसार नूं छड्ड के चले गए। चाहे कोई सिद्ध है, सिद्धि संपन्न, सिद्धि नूं प्राप्त किया होया, चाहे कोई साधना दे विच है, चाहे कोई गृहस्थी है, चाहे कोई जोगी है, सब अंत समय छड्ड के इत्थे ही सब कुछ चले गए। घर बार
पदार्थ सब इत्थे ही रह जाते ने। रहाओ जैसा सुपना रैन का तैसा संसार। इस संसार दा जग सुपना बाजी बनी खिन में खे खिलाए। संजोगी मिले सै वयोगी उठ जाए। जगत एक सुपने की बाजी है, सुपने का खेल है। जिवें रात नूं सुपना आउंदा है, सुपने दे विच बहुत कुछ वेखदा है, ते जिस वेले सुपना टुटदा ते कुछ भी नहीं। ये संसार भी एक सुपने वर्गा है। ये असीं जीवन दी रात जो बतीत कर रहे हैं, जिस दिन मौत रूपी दिन चढ़ेगा तो फिर सानू लगेगा कि ओहो जिवें रात नूं सुपना वेखदे, सुपने दे विच असीं कदे ये महसूस नहीं करते कि ये सुपना है। इसे तरह असीं संसार नूं भी कदे महसूस नहीं करते कि ये सुपना है। जिस तरह रात नूं सुपने दे विच सच जान बैठे हैं सब कुछ, इसे तरह असीं जीवन दे विच संसार नूं सच समझ रहे हैं। जो सुपने हुए बैसत राजा नेत्र पसारे तां निरारथ काजा। सुपने दे विच कोई राजा बन के बह गया, अखां खुलियां जाग खुली ते सब कुछ व्यर्थ ही, कुछ भी नहीं। सुपने सेती चित मूर्ख लाया। विसरे राज रस भोग जागत भट लाया। इस मूर्ख इंसान ने जागदिया ही सुपना वेख रहा। एक रात का सुपना होंदा है, एक जागदिया सुपना संसार है। सुपने सेती चित मूर्ख लाया। ये मूर्ख इंसान संसार सुपने दे नाल चित ला के बैठा है। ते हजूर पातशाह जी कहते ने जैसा सुपना रहेगा तैसा एहो संसार। जिस तरह रात का सुपना है इसी तरह का ये संसार है। जदों जाग टुटदी है सुपना फिर भासदा भी सुपना है। जदों इस शरीर नूं त्यागदा फिर पता लगदा कि ये संसार ते सुपने का ही खेल सी, सुपने की बाजी सी। इसनूं एवें ही सच करके जान लिया, सच करके मन लिया। ये संसार सुपना है। हजूर कहते जैसा सुपना रहन का तैसा संसार। ये संसार भी रात दे सुपने वर्गा है। दृष्टमान सब बिरसिया क्या लगा गवार। दृष्टमान जो तू देख रहा है ये सब बिनस जाना है, नाश हो जाना है। दीदन फनाई जो दिस रहा है फना हो जाएगा, नाश हो जाएगा। दुनिया फन खाने, ये दुनिया का घर जिहड़ा मुकाम है ये फना का घर है। जो दिस रहा है ये नाश हो जाएगा। दृष्टमान सब बिनसी है, सब बिनसन वाला है। जो दिस रहा अखां दे नाल ना ये एक दिन सब खत्म हो जाएगा। क्या लगा है गवार। ऐ मूर्ख इंसान, ऐ बेवकूफ इंसान, जो दृष्टमान संसार है, नाशवंत संसार है, इस दे नाल तू क्यों परखिया हुआ है, क्यों लग्या हुआ है, इस दे विच तू रमिया हुआ है, इस दे विच मस्त है, गलतान है, इसनूं तू सच करके जानिया हुआ है। मूर्ख इंसान, ये तो एक रात दे सुपने वर्गा है। ये संसार बिरसनहार है, नाश हो जाने वाला है। जो दिसदा एक दिन खत्म हो जाएगा। सो अगे हजूर फिर इसनूं
प्रमाण दिंदे ने समझाउण वास्ते। की कहंदे ने, कहा सो भाई मीत है देख नैन पसार, एक चाल एक चाल सह सब अपनी वार। कहाँ सो भाई मीत है देख नैन पसार, अखां खोल के वेख। बाबा फरीद जी कहते, फरीदा किथे तैंडे मापियां जिनी तू जणियो है तै पासों लद गए, तू अजे ना पकीणियो है। तेरे जन्म देने वाले किथे गए, वो चले गए। तेरा हाले भी मन नहीं मनिया भी मैं भी चले जाना, एक दिन इस संसार को छड़ देना। जो आया सो चल सी, सबको आई वारी है। जेड़ा आया है राणा राव ना कोर है, रंग ना तुंग फकीर, वारी आपो अपनी को ना बंदे थी। राम गयो रावण गयो, जाको बहु परिवार, कहो नानक थिर कछ नहीं, सुपने जो संसार। इते चलनहार संसार है, एक सरांगी आई है। इस संसार ते इंसान आया, सफर दे विच ये ब्रह्मांड है संसार। संसार है एक ब्रह्मांड है, एक सरां ते इंसान है मुसाफिर। सो ये मुसाफर खाने दे विच आया, इसने इस मुसाफर खाने संसार नूं एक दिन छड्ड के जाना। तेरे वड्डे वडेरे छड्ड के चले गए। कहाँ सो भाई मीत है देख नैन पसार, अखां खोल के वेख। तेरे वड्डे वडेरे भाई मित्र प्यारे किथे हन, वो चले गए। एक चल एक चालस है, एक ते चल चले गए, एक चालस है, एक चले जाएंगे। जो आया सो चल सी, सब कोई वारी, सब कोई आई वारी है। जिन्ना आया उसने एक दिन संसार में छड्डना जाना। सब अपनी वार, हजूर कहते एक चल है एक चालस है, सब अपनी वार वारी आपो अपनी, कोई ना बंधै धीर। वारी आपो अपनी सब चले जाना, किसी ने नहीं रहना संसार पे। हजूर कहते ने सब चलनहार संसार है, किहदे नाल तू परीत पा के बैठे। एक रेते दे घर नाल, एक कागज वर्गी चीज दे नाल, एक रात दे सुपने दे नाल, एक संसार जेड़ा दिस रहा इसने नाश हो जाना, इहदे नाल तेरे वड्डे वडेरे चले गए, कुछ जान नूं तैयार बैठे ने। हजूर पातशाह जी बार बार समझाते हैं, जय धंधे में उल पटाए, उन ते दुगण दुड़ी उन मारे। वाह वाह वाह। जो उभरे सो बंद लख खरे, जय धंधे में उल पटाए, उनते दुगण दुड़ी उन मारे। जेड़े जन्म लिया उन्होंने एक दिन जाना, चल जाना है संसार। सो हजूर कहते ने सारिया की वारी मुताबिक सब ने चल जाना है। तो हजूर अखीर दे विच बड़ा सुंदर ख्याल पेश करते हैं, कहते हैं, जिन पूरा सतगुर सेविया से अस्थिर हर द्वार, जन नानक हर का दास है, राख पैज मुरार। जिन पूरा सतगुरु सेविया, जिन्होंने पूरे सतगुरु नूं
ਸੇਵਿਆ ਭਾਵ ਪੂਰੇ ਸਤਿਗੁਰੂ ਦਾ ਉਪਦੇਸ਼ ਜੀਵਨ ਦੇ ਵਿੱਚ ਲਾਗੂ ਕੀਤਾ। ਮੈਂ ਕਈ ਵਾਰੀ ਇਸ ਗੱਲ ਨੂੰ ਦੁਹਰਾ ਹਟਿਆ ਵੀ ਬਾਣੀ ਸੁਣ ਲੈਣੀ, ਪੜ੍ਹ ਲੈਣੀ, ਬਾਣੀ ਦੇ ਅੱਗੇ ਆ ਕੇ ਗੁਰੂ ਸਾਹਿਬ ਜੀ ਦੇ ਆ ਕੇ ਮੱਥੇ ਟੇਕ ਲੈਣੇ, ਜਾਂ ਹੋਰ ਕਰਮ ਕਰ ਲੈਣੇ, ਕਰਮ ਕਾਂਡ, ਇਹ ਕਾਫੀ ਨਹੀਂ। ਇਹ ਕੋਈ ਬਹੁਤ ਨਹੀਂ, ਲਾਭਦਾਇਕ ਨਹੀਂ। ਏਡੇ ਵੱਡੇ ਗੁਰਬਾਣੀ ਠੀਕ ਹੈ, ਗੁਰਬਾਣੀ ਸਾਡਾ ਗਿਆਨ ਗੁਰੂ ਹੈ, ਇਸ ਦੇ ਨਾਲ ਸਾਡਾ ਪਾਰ ਉਤਾਰਾ ਹੋਣਾ। ਗੁਰੂ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਗਏ। ਗੁਰਬਾਣੀ ਦੇ ਅੰਦਰ ਵੀ ਬਾਰ-ਬਾਰ ਇਹੀ ਆਇਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਵਾਹੋ ਵਾਹੋ, ਬਾਣੀ ਨਿਰੰਕਾਰ ਹੈ, ਤਿਸ ਜੀਵੜੇ ਅਵਰ ਨ ਕੋਇ। ਬਾਣੀ ਨਿਰੰਕਾਰ ਦਾ ਸਰੂਪ ਹੈ, ਪਰ ਬਾਣੀ ਨੂੰ ਜਿਤਨੀ ਦੇਰ ਜੀਵਨ ਦੇ ਅੰਦਰ ਲਾਗੂ ਨਹੀਂ ਕਰਦਾ, ਉਤਨੀ ਦੇਰ ਇਸ ਦਾ ਭਲਾ ਨਹੀਂ ਹੋਣਾ। ਸਤਿਗੁਰ ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੈ ਵਿਚਾਰ। ਜਿਨ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਉਹ ਮਾਨਸ ਜੂਨ ਨਾ ਆਖੀਐ, ਪਸ਼ੂ ਢੋਰ ਗਵਾਰ। ਹਜ਼ੂਰ ਕਹਿੰਦੇ ਜਿਨ੍ਹਾਂ ਨੇ ਗੁਰਬਾਣੀ ਨੂੰ ਹਿਰਦੇ 'ਚ ਨਹੀਂ ਵਸਾਇਆ, ਉਹ ਤੇ ਪਸ਼ੂਆਂ ਵਾਲਾ, ਢੋਰਾਂ ਵਾਲਾ ਜੀਵਨ ਬਤੀਤ ਕਰਦੇ ਨੇ। ਹਜ਼ੂਰ ਦਾ ਹੁਕਮ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਗੁਰਬਾਣੀ ਬਣੀਐ ਗੁਰ ਸਿੱਖਾ, ਗੁਰਬਾਣੀ ਬਣਿਆ। ਗੁਰਬਾਣੀ ਕਿਵੇਂ ਬਣਿਆ ਜਾ ਸਕਦਾ ਹੈ? ਗੁਰਬਾਣੀ ਇਸ ਤਰ੍ਹਾਂ ਨਹੀਂ ਬਣਿਆ ਜਾ ਸਕਦਾ ਵੀ ਤੂੰ ਆਵੇਂ ਮੱਥਾ ਟੇਕੇ, ਭੇਟਾ ਕਰੇ, ਗੁਰਬਾਣੀ ਸੁਣੇ ਜਾਂ ਗੁਰਬਾਣੀ ਗਾਵੇ, ਕਥਾ ਕੀਰਤਨ ਸੁਣੇ ਜਾਂ ਕਰੇ, ਹੋਰ ਵੀ ਧਰਮ ਕਰਮ ਕਰੇ। ਗੁਰਬਾਣੀ ਨਹੀਂ ਬਣ ਸਕਦਾ। ਗੁਰਬਾਣੀ ਉਸ ਦਿਨ ਬਣੇਗਾ ਜਿਸ ਦਿਨ ਗੁਰਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਲਾਗੂ ਕਰ ਦੇਗਾ, ਬਾਣੀ ਮੁਤਾਬਕ ਜੀਵਨ ਬਣਾ ਲਏਗਾ। ਤੇਰੇ ਜੀਵਨ ਦੇ ਅੰਦਰੋਂ ਬਾਣੀ ਦੀ ਝਲਕ ਆਵੇ। ਬਾਣੀ ਦੇ ਅੰਦਰ ਲਿਖਿਆ ਭਈ ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਦਇਆ ਨੂੰ ਧਰਮ ਦੀ ਮਾਂ ਦੱਸਿਆ। ਤੇਰੇ ਅੰਦਰੋਂ ਦਇਆ ਝਲਕੇ, ਜੇ ਦਇਆ ਝਲਕੇਗੀ ਤੇਰਾ ਜੀਵਨ ਧਰਮੀ ਹੋਵੇਗਾ। ਜਿਸ ਦੇ ਅੰਦਰ ਦਇਆ ਨਹੀਂ, ਉਸ ਦੇ ਅੰਦਰ ਧਰਮ ਨਹੀਂ ਹੋ ਸਕਦਾ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨ ਛੋਡੀਏ, ਜਬ ਨ ਘਟ ਮੈਂ ਪ੍ਰਾਣ। ਦਇਆ ਧਰਮ ਦਾ ਮੂਲ ਹੈ, ਮਾਂ ਹੈ। ਧੌਲ ਧਰਮ ਦਇਆ ਕਾ ਪੂਤ। ਧਰਮ ਜਿਹੜਾ ਦਇਆ ਦਾ ਪੁੱਤਰ ਹੈ। ਜੇ ਤੇਰੇ ਅੰਦਰ ਦਇਆ ਹੈ, ਗੁਰਬਾਣੀ ਦੇ ਮੁਤਾਬਕ ਤੇਰੇ ਹਿਰਦੇ ਵਿੱਚ ਦਇਆ ਹੈ, ਤੇਰੇ ਹਿਰਦੇ ਵਿੱਚ ਸੱਚ ਹੈ, ਤੇਰੇ ਹਿਰਦੇ ਵਿੱਚ ਸੰਤੋਖ ਹੈ, ਤੇਰੇ ਹਿਰਦੇ ਵਿੱਚ ਸੀਲ ਹੈ, ਸੰਜਮ ਹੈ, ਫਿਰ ਤੂੰ ਗੁਰਬਾਣੀ ਬਣ ਗਿਆ। ਤੇਰੇ ਅੰਦਰੋਂ ਝਲਕ, ਤੇਰੇ ਵਿੱਚੋਂ ਝਲਕ ਦਿਸਦੀ ਹੈ, ਤੇਰੇ ਵਿੱਚੋਂ ਝਲਕ ਦਿਸੇ ਸੰਤੋਖ ਦੀ। ਪਰਮੇਸ਼ਵਰ ਨੇ ਥੋੜਾ ਦਿੱਤਾ ਤਾਂ ਵੀ ਉਹਦਾ ਧੰਨਵਾਦ ਹੈ, ਬਹੁਤਾ ਦਿੱਤਾ ਤਾਂ ਵੀ ਧੰਨਵਾਦ ਹੈ, ਨਹੀਂ ਦਿੱਤਾ ਤਾਂ ਵੀ ਧੰਨਵਾਦ ਹੈ, ਜੇ ਦੇ ਦਿੱਤਾ ਤਾਂ ਵੀ ਧੰਨਵਾਦ ਹੈ। ਜਿਨ੍ਹਾਂ ਨੇ ਐਸਾ ਜੀਵਨ ਬਣਾ ਲਿਆ, ਉਹੀ ਗੁਰਬਾਣੀ ਦੇ ਲੜ ਲੱਗੇ, ਉਹੀ ਗੁਰਬਾਣੀ ਬਣੇ। ਗੁਰਬਾਣੀ ਦੇ ਮੁਤਾਬਕ ਜੀਵਨ ਬਣ ਜਾਏ, ਸਾਡੇ ਜੀਵਨ ਅੰਦਰ ਸੱਤ ਆ ਜਾਏ, ਸੰਤੋਖ ਆ ਜਾਏ, ਦਇਆ ਆ ਜਾਏ, ਧਰਮ ਆ ਜਾਏ, ਝੂਠ ਨਿਕਲ ਜਾਵੇ,
निंदिया निकल जावे, ईर्खा निकल जावे, खत्म हो जाए, बखीली खत्म हो जाए, पराया हक खत्म हो जाए खाना, असी आपे ही बाणी बन गए। ते जे एवें ही मथे टेकते रहे ते फिर ते सतगुरु कहते सतगुरु डिठै मुक्त ना होवी। सतगुरु दे देखिया मुक्ति नहीं होनी। जिचर शब्द ना करे विचार, जिन्ना चਿਰ तू शब्द के विचार नूं हिरदे विच जीवन दे विच लागू नहीं करता। सो रब दे बंदे गुरु ग्रंथ साहिब नूं मनण वाले, गुरबाणी नूं मनण वाले, गुरबाणी तेरा मार्ग दर्शन कराउंदी है। गुरबाणी मुताबक अपना जीवन बना। गुरबाणी नूं पूजना भी है ते गुरबाणी नूं जीवन दे अंदर लागू भी करना है। पूजना की है? गुरबाणी का सत्कार करना है। गुरु साडा सब कुछ है, गुरु साडा सब कुछ है। जिवें मुसलमान वास्ते मक्का है ना, गुरु ग्रंथ साहिब सिख दा जीवन है, सिख दी जान है, सिख दा ईमान है, सिख दा धर्म है। सब कुछ गुरु ग्रंथ साहिब गुरबाणी ही सिख दा है। जे गुरबाणी सिख दे जीवन विच लागू नहीं, सिखी सिखिया गुर विचार, जे गुरु दे विचार जीवन दे विच नहीं ते सिख नहीं। सिख उदों ही है जे गुरु दे जीवन विच विचार लागू हन। तां ते हजूर पातशाह जी कहंदे ने, जिन सतगुर पूरा सेविया से आस्थिर हर द्वार। जिन्हां ने पूरे सतगुरु गुरबाणी नूं जीवन विच लागू कर लिया, गुरबाणी मुताबक जीवन बना लिया, से आस्थिर हर द्वार। ओ परमेश्वर दे दर उत्ते प्रवान हो गए, अस्थिर हो गए। डिगण तो डोलण तो 84 दे गेड़ तो विषे विकारां दी मार तो बच गए, निरंकार दे दर उत्ते प्रवान हो गए। जिन्हां ने गुरबाणी दे मुताबक अपना जीवन बना लिया, गुरु दा सेविया। सेवना की है? गुरु नूं कोई सतगुरु नूं कोई भुख प्यास लगी है, सतगुरु नूं कोई ताप बुखार चढ़ गया, सतगुरु दे कोई गोडे दुखदे ने, गोडे घुटने ने, कोई जल छकाउणा है, कोई लंगर छकाउणा है। सतगुरु नूं तां कोई भुख प्यास नहीं, किसी चीज़ की लोड़ नहीं। सतगुरु तां इन्हां चीज़ां तो उपर ने। फिर सेवा की है? सतगुरु की सेवा है सतगुरु जी दे जीवन, सतगुरु जी दे उपदेश नूं जीवन दे अंदर लागू करना। जो सतगुरु जी दे वचन है उन्हां मुताबक जीवन बनाउणा। तू अस्थिर हो जाएगा, डिगण डोलण तो 84 दे गेड़ तो रहत हो जाएगा, निरंकार दे दर ते प्रवान हो जाएगा। जन नानक हर का दास है, राख पैज मुरार। हजूर कहंदे ने, हे वाहिगुरू ए नानक जन, जन शब्द जेते होवे जज्जा नन्ना जन, फिर ते इहदा मतलब औरत। ते जे नन्ने दे चरण विच औंकड़ दे दिता जावे, इहदा मतलब परमेश्वर दा सेवादार, सेवक, दास। ते हजूर कहंदे जन नानक हर का दास है। ये नानक परमेश्वर दा दास है, सेवादार है। राख पैज मुरार, हे वाहिगुरू मेरी इज्जत पत पड़दा रख लै। भाव मैनू अपने नाल मिला लै। मिलना की है? गुरबाणी दे मुताबक जीवन बना लेना। गुरमुख प्यारिओ, ये संसार एक रेते का घर है, एक मौत का मंडल है, एक कागज वर्गा है जिवें कागज की कोई बुनियाद नहीं। इस संसार के बड़े बड़े सिद्ध जोगी नाथ सब आए, सब कुछ इत्थे ही छड्ड के चले गए। ये संसार एक सुपने की रात के सुपने की न्याई है। जो वेख रहे हैं ये सब नासवंत है। साडे वड्डे वडेरे चले गए, असी भी चले जाना। एक चले गए ने, एक जान वास्ते तैयार बैठे ने।
ਤੇ ਹਜੂਰ ਕਹਿੰਦੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਸੇਵ ਲਿਆ, ਪੂਰੇ ਸਤਿਗੁਰੂ ਦਾ ਉਪਦੇਸ਼ ਜੀਵਨ ਦੇ ਅੰਦਰ ਲਾਗੂ ਕਰ ਦਿੱਤਾ, ਉਹ ਪਰਮੇਸ਼ਵਰ ਦੇ ਦਰ ਉੱਤੇ ਪ੍ਰਵਾਨ ਹੋ ਗਏ। ਉਹਨਾਂ ਦੀ ਇੱਜ਼ਤ ਪੱਤ ਪੜਦਾ ਬਣ ਗਿਆ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਦਿਓ ਜੀ।